हाँ जी, गुड आफ्टरनून राजे। अपने कोले जो आपां अपने विषय के दौरान पहला आपां जो जानकारी दित्ती हैगी है ਉਹ ਆਪਾਂ ਡਿਸਕਸ ਜੋ ਆਪਾਂ ਵਿਚਾਰਧਾਰਾ ਆਪਾਂ ਸਾਂਝੀਆਂ ਕਰ ਰਹੇ ਸੀਗੇ। ਇੱਕ ਪੰਜਾਬੀ ਭਾਸ਼ਾ ਦਾ ਅਧਿਆਪਨ ਦੇ ਵਿੱਚ ਜਿਹੜਾ ਆਪਣੇ ਕੋਲ ਵਿਸ਼ਾ ਜਿਹੜਾ ਹੈਗਾ ਉਹ ਸੀਗਾ ਕਿ ਭਾਸ਼ਾ ਦੀ ਪ੍ਰਕਿਰਤੀ। ਪ੍ਰਕਿਰਤੀ ਨੂੰ ਅਸੀਂ ਸਰੂਪਾਂ ਦੇ ਨਾਮ ਦੇ ਨਾਲ ਵੀ ਜਾਣਦੇ ਹੈਗੇ ਆ। ਪ੍ਰਕਿਰਤੀ ਨੂੰ ਅਸੀਂ ਸਰੂਪ ਦੇ ਨਾਮਾਂ ਦੇ ਨਾਲ ਵੀ ਜਾਣਦੇ ਹੈਗੇ ਆ। ਜਦ ਕਿ ਆਪਾਂ ਪਹਿਲਾਂ ਜੋ ਲੈਕਚਰ ਲਗਾਏ ਸੀਗੇ ਉਹਦੇ ਵਿੱਚ ਆਪਾਂ ਇਹੀ ਸਾਂਝਾ ਕੀਤਾ ਸੀਗਾ ਵਿਚਾਰ ਕਿ ਜਿਹੜੀ ਭਾਸ਼ਾ ਹੈਗੀ ਹੈ ਇਹ ਮਨੁੱਖ ਦੁਆਰਾ ਹੀ ਸਿਰਜਿਤ ਕੀਤੀ ਗਈ ਹੈ ਔਰ ਸਿਰਜਣਾ ਕਰਨਾ ਭਾਸ਼ਾ ਦਾ ਉਹ ਵੱਖ-ਵੱਖ ਧੁਨੀਆਂ ਦਾ ਵੱਖ-ਵੱਖ ਵਿਚਾਰਾਂ ਦੀ ਸਹਾਇਤਾ ਦੇ ਨਾਲ ਹੀ ਭਾਸ਼ਾ ਜਿਹੜੀ ਹੈਗੀ ਹੈ ਉਹ ਸਿਰਜਿਤ ਹੋ ਕੇ ਇੱਕ ਆਪਣੀਆਂ ਹਾਵ ਭਾਵਾਂ ਦੇ ਰਾਹੀਂ ਜੋ ਅਸੀਂ ਸਾਹਮਣੇ ਪ੍ਰਗਟ ਕਰਦੇ ਹੈਗੇ ਆ ਉਹ ਚਾਹੇ ਸਾਡੀਆਂ ਲੋੜਾਂ ਹੀ ਕਿਉਂ ਨਾ ਹੋਣ ਜਾਂ ਸਾਡੀਆਂ ਭਾਵਨਾਵਾਂ ਹੀ ਕਿਉਂ ਨਾ ਹੋਣ ਜਾਂ ਸਾਡੀਆਂ ਇੱਛਾਵਾਂ ਹੀ ਕਿਉਂ ਨਾ ਹੋਣ, ਜਿਸ ਸ਼ਬਦਾਂ ਦੇ ਰਾਹੀਂ ਅਸੀਂ ਧੁਨੀਆਂ ਦੀ ਵਰਤੋਂ ਕਰਕੇ ਵਾਕਾਂ ਦੇ ਰੂਪ ਦੇ ਵਿੱਚ ਅਸੀਂ ਦੂਸਰਿਆਂ ਦੇ ਅੱਗੇ ਪ੍ਰਗਟ ਕਰਦੇ ਹਾਂ ਔਰ ਇਸੇ ਤਰੀਕੇ ਨਾਲ ਅਸੀਂ ਗ੍ਰਹਿਣ ਵੀ ਕਰਦੇ ਹੈਗੇ ਆ। ਉਹਨੂੰ ਅਸੀਂ ਇੱਕ ਭਾਸ਼ਾ ਦਾ ਸਰੂਪ ਕਹਿ ਸਕਦੇ ਹਾਂ। ਉਹ ਇੱਕ ਭਾਸ਼ਾ ਦੀ ਕੀ ਹੈਗੀ ਆ, ਪ੍ਰਕਿਰਤੀ ਹੈਗੀ ਆ। ਔਰ ਜਦੋਂ ਆਪਾਂ ਭਾਸ਼ਾ ਦੀ ਪ੍ਰਕਿਰਤੀ ਸ਼ੁਰੂ ਕੀਤੀ ਸੀਗੀ ਉਹਦੇ ਵਿੱਚ ਆਪਾਂ ਕੁਝ ਸਬ ਪੁਆਇੰਟਸ ਜਿਹੜੇ ਸੀਗੇ ਆਪਾਂ ਉਹਨਾਂ ਨੂੰ ਸ਼ੁਰੂਆਤ ਦੌਰਾਨ ਆਪਾਂ ਸਾਂਝਾ ਕੀਤਾ ਸੀਗਾ। ਇੱਥੇ ਆਪਾਂ ਪੜਿਆ ਸੀਗਾ, ਆਪਾਂ ਸਮਝਿਆ ਸੀਗਾ ਉਹਨਾਂ ਨੂੰ। ਜਿਵੇਂ ਆਪਾਂ ਕਹਿੰਦੇ ਕਿ ਸਮਾਜਿਕ ਕਿਰਿਆ ਦਾ ਕੀ ਹੈਗਾ ਆਧਾਰ ਹੈ, ਇਹ ਆਪਾਂ ਪੁਆਇੰਟ ਬਣਾਇਆ ਸੀਗਾ। ਫਿਰ ਆਪਾਂ ਗੱਲ ਕੀਤੀ ਸੀ ਕਿ ਇੱਕ ਪ੍ਰਤੀਕਾਂ ਦੀ ਵਿਵਸਥਾ ਹੈ ਔਰ ਫਿਰ ਆਪਾਂ ਜਿਹੜਾ ਲਾਸਟ ਲੈਕਚਰ ਦੇ ਵਿੱਚ ਜਦੋਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਜਿਹੜੀ ਗੱਲ ਕੀਤੀ ਸੀਗੀ ਅਖੀਰਲੇ ਸਬ ਪੁਆਇੰਟ ਦੇ ਉੱਤੇ ਤਾਂ ਉਹ ਆਪਣੇ ਕੋਲੇ ਸੀਗਾ ਜੀ ਕਿ ਕਮਾਇਆ ਹੋਇਆ ਧਨ। ਔਰ ਦੇਖੋ ਇਹ ਇੱਕ ਸਰੂਪ ਹੈ ਭਾਸ਼ਾ ਦਾ, ਕਮਾਇਆ ਹੋਇਆ ਧਨ। ਅੱਜ ਜਿਹੜਾ ਆਪਾਂ ਸਬ ਪੁਆਇੰਟ ਜਿਹੜਾ ਆਪਾਂ ਕਹਿ ਦਿੰਦੇ ਆ ਜੀ ਸ਼ੁਰੂ ਕਰਨਾ ਹੈਗਾ ਜਿਸ ਪੁਆਇੰਟ ਤੋਂ ਆਪਾਂ ਤਾਂ ਉਹ ਆਪਣੇ ਕੋਲੇ ਹੈਗਾ ਜੀ ਪਰੰਪਰਾਗਤ। ਪਰੰਪਰਾਗਤ ਆਪਣੇ ਕੋਲੇ ਮਤਲਬ ਭਾਸ਼ਾ ਜਿਹੜੀ ਹੈਗੀ ਹੈ ਸਾਨੂੰ ਇੱਕ ਪਰੰਪਰਾਗਤ ਰੂਪ ਦੇ ਵਿੱਚ ਮਿਲੀ ਹੈ, ਸਾਨੂੰ ਆਪਣੇ ਪਰੰਪਰਾ ਦੇ ਵਿੱਚੋਂ ਮਿਲੀ ਹੈ। ਹੁਣ ਇਹਨੂੰ ਆਪਾਂ ਜਦੋਂ ਵਿਸਥਾਰ ਪੂਰਵਕ ਆਪਾਂ ਇਹਦੇ ਪ੍ਰਤੀ ਵਿਚਾਰਧਾਰਾ ਕਰਾਂਗੇ ਤਾਂ ਪਰੰਪਰਾਗਤ ਕੀ ਹੈਗੀ ਹੈ, ਭਾਸ਼ਾ ਇੱਕ ਹੀ ਦਿਨ ਦੇ ਵਿੱਚ ਜਨਮ ਨਹੀਂ ਲੈਂਦੀ। ਆਪਾਂ ਇਹਦੀ ਜਿਹੜੀ ਵਿਸਥਾਰ ਪੂਰਵਕ ਆਪਾਂ ਜਾਣਕਾਰੀ ਦੇਣੀ ਹੋਊਗੀ ਪਰੰਪਰਾਗਤ ਦੇ ਪ੍ਰਤੀ ਕਿ ਇੱਕ ਪ੍ਰਕਿਰਤੀ ਜਿਹੜੀ ਹੈਗੀ ਹੈ ਭਾਸ਼ਾ ਦਾ ਜਿਹੜਾ ਸਰੂਪ ਹੈਗਾ ਉਹ ਪਰੰਪਰਾਗਤ ਦੇ ਰੂਪ ਦੇ ਵਿੱਚ ਹੈ। ਪਰ ਜਿਹੜੀ ਸਾਡੀ ਪਰੰਪਰਾ ਹੈ ਸਮਾਜ ਦੇ ਵਿੱਚ, ਜੋ ਸਾਡੀ ਸਭਿਅਤਾ, ਲੋਕ ਅੱਜ ਦੇ ਵਿਅਕਤੀ ਜਾਂ ਅੱਜ ਦਾ ਸਮਾਜ ਜਿਹੜਾ ਹੈਗਾ ਉਹ ਭਾਸ਼ਾ ਨੂੰ ਇੱਕ ਸੱਭਿਆ ਮੰਨਦਾ ਹੈ, ਇੱਕ ਸਾਡੇ ਸਮਾਜ ਦਾ ਦਿੱਤਾ ਹੋਇਆ ਸਾਡਾ ਸਰੂਪ ਸਮਝਦਾ ਹੈ। ਪਰ ਸਾਡੇ ਕੋਲ ਜਿਹੜੇ ਭਾਸ਼ਾ ਦੀ ਪ੍ਰਕਿਰਤੀ ਹੈਗੀ ਆ ਉਹ ਸਾਨੂੰ ਜਾਣਕਾਰੀ ਦਿੰਦੀ ਹੈ ਕਿਸ ਰੂਪ ਦੇ ਵਿੱਚ, ਪਰੰਪਰਾਗਤ ਦੇ ਰੂਪ ਦੇ ਵਿੱਚ। ਹੁਣ ਸਾਡੀ ਜਿਹੜੀ ਪਰੰਪਰਾਗਤ ਹੈਗੀ ਹੈ, ਦੇਖੋ ਭਾਸ਼ਾ ਜਿਹੜੀ ਹੈਗੀ ਕਹਿੰਦੇ ਪਰੰਪਰਾਵਾਂ ਤੋਂ ਤੁਰੀ ਆ ਰਹੀ ਹੈ ਔਰ ਕਹਿੰਦੇ ਇਹ ਇੱਕ ਦਿਨ ਦੇ ਵਿੱਚ ਨਹੀਂ ਬਣਦੀ। ਦੇਖੋ ਇਸ ਗੱਲ ਦਾ ਆਪਾਂ ਨੂੰ ਵੀ ਅਹਿਸਾਸ ਹੋ ਚੁੱਕਿਆ ਹੈ ਕਿ ਪ੍ਰਾਚੀਨ ਸਮੇਂ ਤੋਂ ਦੇਖੀਏ ਤਾਂ ਭਾਸ਼ਾ ਦੀ ਇੱਕ ਵਿਗਿਆਨੀ ਨੇ ਆਪਾਂ ਨੂੰ ਇੱਕ ਸਿਧਾਂਤ ਦਿੱਤਾ ਕਿ ਇੱਕ ਚਿੰਨ੍ਹਾਂ ਦੀ ਵਰਤੋਂ ਦੇ ਰਾਹੀਂ, ਸੋਸਰੇ ਸੀਗਾ ਉਹਦਾ ਨਾਮ, ਕਿ ਸੋਸਰੇ ਵਿਗਿਆਨੀ ਨੇ ਆਪਾਂ ਨੂੰ ਇਹ ਗੱਲ ਕਹੀ ਕਿ ਜਿਹੜਾ ਭਾਸ਼ਾ ਹੈਗਾ ਉਹ ਇੱਕ ਚਿੰਨ੍ਹਾਂ ਦੇ ਤਹਿਤ ਮਿਥਿਆ ਗਿਆ। ਸਭ ਤੋਂ ਪਹਿਲਾਂ ਚਿੰਨ੍ਹ ਦੀ ਪਹਿਚਾਣ ਮਿਲਦੀ ਹੈ। ਉਹ ਚਿੰਨ੍ਹਾਂ ਦੇ ਰੂਪ ਦੇ ਵਿੱਚ ਉਸ ਨੂੰ ਕਿਸ ਜਾਨਵਰ ਨੂੰ ਪਰਿਭਾਸ਼ਿਤ ਕੀਤਾ ਸੀ, ਕੁੱਤੇ ਨੂੰ, ਜਿਹਦੀਆਂ 4 ਲੱਤਾਂ ਸਨ। ਰੰਗਾਂ ਨੂੰ ਉਹਨਾਂ ਨੇ ਅਲੱਗ-ਅਲੱਗ ਕੀਤਾ ਪਰ ਕਹਿੰਦਾ ਵੀ ਜਿਹੜਾ ਸਾਈਜ਼ ਨੂੰ ਲੈ ਕੇ ਇਸ ਦੀ ਜੋ ਸਮਝ ਹੈਗੀ ਆ ਉਸ ਨੂੰ ਉਸ ਦੀ ਭਾਸ਼ਾ ਦੇ ਦੌਰਾਨ ਉਸ ਦੇ ਚਿੰਨ੍ਹਾਂ ਨੂੰ ਲੈ ਕੇ ਪਰਿਭਾਸ਼ਿਤ ਕੀਤਾ, ਪ੍ਰਗਟ ਕੀਤਾ। ਹੁਣ ਜਿੱਥੇ ਇੱਥੇ ਗੱਲ ਕਰੀਏ ਕਿ ਜਿਹੜੀ ਸਾਡੇ ਕੋਲੇ ਪਰੰਪਰਾਗਤ ਹੈਗਾ ਕਿ ਭਾਸ਼ਾ ਦੀ ਪ੍ਰਕਿਰਤੀ ਇੱਕ ਪਰੰਪਰਾਗਤ ਰੂਪ ਦੇ ਵਿੱਚ ਵੀ ਸਾਨੂੰ ਮਿਲਦੀ ਹੈਗੀ ਆ। ਉਹ ਪਰੰਪਰਾਗਤ ਕੀ ਹੈਗੀ ਆ, ਪਰੰਪਰਾਵਾਂ ਤੋਂ ਚੱਲਦੀ ਤਾਂ ਆ ਰਹੀ ਹੈ, ਸਦੀਆਂ ਤੋਂ ਚੱਲਦੀ ਤਾਂ ਆ ਰਹੀ ਹੈ, ਪਰ ਇਹ ਇੱਕ ਦਿਨ ਦੇ ਵਿੱਚ ਸਿਰਜਣਾ ਦਾ ਇਸਦਾ ਰੂਪ ਨਹੀਂ ਹੈ। ਕਹਿੰਦੇ ਇਸ ਨੂੰ ਬਣਾਉਣ ਦੇ ਲਈ ਬਹੁਤ ਸਾਰੀਆਂ ਸਦੀਆਂ ਲੱਗ ਗਈਆਂ ਔਰ ਭਾਸ਼ਾ ਜਿਵੇਂ ਇੱਕ ਨਦੀ ਦਾ ਰੂਪ ਹੈ। ਹੁਣ ਭਾਸ਼ਾ ਕੀ ਹੈਗੀ, ਇੱਕ ਮੈਥਲਿਕ ਵੀ ਦਿੰਦਾ ਹੈ। ਇਹ ਇੱਕ ਉਦਾਹਰਨ ਹੈਗੀ ਹੈ ਸਾਡੇ ਕੋਲੇ ਜੀ, ਭਾਸ਼ਾ ਨਦੀ ਦਾ ਰੂਪ ਹੈ। ਭਾਸ਼ਾ ਨਦੀ ਦਾ ਰੂਪ ਕਿਵੇਂ, ਉਦਾਹਰਨ ਦੇ ਤੌਰ ਤੇ ਆਪਾਂ ਕਹਿ ਸਕਦੇ
ਭਾਸ਼ਾ ਵੀ ਕੀ ਹੈਗੀ ਹੈ, ਇੱਕ ਥਾਂ ਤੋਂ ਸਿਰਜਣ ਹੁੰਦੀ ਹੈ ਔਰ ਸਮਾਜ ਦੇ ਵਿੱਚ ਦੂਸਰੇ ਹੀ ਵਿਅਕਤੀ ਨੂੰ ਪ੍ਰਗਟ ਕਰਨ ਦੇ ਲਈ ਉਸ ਦੀ ਸਭਿਅਤਾ ਦੇ ਅਕੋਰਡਿੰਗ, ਉਸ ਦੇ ਸਭਿਅਤਾ ਦੇ ਵਿਚਾਰਾਂ ਦੇ ਅਨੁਸਾਰ ਆਪਣੀ ਧੁਨੀ ਦੇ ਰਾਹੀਂ ਉਸ ਨੂੰ ਪਰਿਭਾਸ਼ਿਤ ਕਰਦਾ ਹੈ, ਪ੍ਰਗਟ ਕਰਦਾ ਹੈ। ਉਹ ਸਾਡੀ ਇੱਕ ਭਾਸ਼ਾ ਦੀ ਕੀ ਹੈ, ਇੱਕ ਸਰੂਪ ਹੈ ਪਰੰਪਰਾਗਤ ਦੇ ਰੂਪ ਦੇ ਵਿੱਚ। ਸਮਝ ਆ ਗਈ ਕਿ ਜਿਹੜਾ ਭਾਸ਼ਾ ਦੀ ਪ੍ਰਕਿਰਤੀ ਹੈਗੀ ਆ ਜਾਂ ਉਸ ਦਾ ਜਿਹੜਾ ਸਰੂਪ ਹੈਗਾ ਜਿਹੜਾ ਉਹ ਕੀ ਹੈਗਾ, ਇੱਕ ਪਰੰਪਰਾਗਤ ਹੈ। ਉਸ ਤੋਂ ਪਹਿਲਾਂ ਆਪਾਂ ਪੜਿਆ ਸੀਗਾ ਕਿ ਕਮਾਇਆ ਹੋਇਆ ਧਨ, ਇਹ ਕੀ ਹੈਗਾ ਕਿ ਭਾਸ਼ਾ ਦੀ ਪ੍ਰਕਿਰਤੀ ਕਿਹੜੇ ਰੂਪ ਦੇ ਵਿੱਚ ਪਾਈ ਜਾਂਦੀ ਹੈ, ਧਨ ਦੇ ਰੂਪ ਦੇ ਵਿੱਚ ਵੀ ਪਾਈ ਜਾਂਦੀ ਹੈ, ਪ੍ਰਤੀਕਾਂ ਦੇ ਰੂਪ ਦੇ ਵਿੱਚ ਵੀ ਪਾਈ ਜਾਂਦੀ ਹੈ ਔਰ ਸਮਾਜਿਕ ਕਿਰਿਆ ਦਾ ਆਧਾਰ ਬਣਾ ਕੇ ਵੀ ਆਪਾਂ ਦੇਖ ਲਿਆ। ਹੁਣ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਹੈਗਾ ਕਿ ਪੁਆਇੰਟ ਜਿਹੜਾ ਹੈਗਾ ਮਨੁੱਖੀ ਸਿਰਜਣਾ, ਆਪਣੇ ਕੋਲੇ ਜਿਹੜਾ ਅਗਲਾ ਜਿਹੜਾ ਪੁਆਇੰਟ ਹੈਗਾ ਜੀ ਮਨੁੱਖੀ ਸਿਰਜਣਾ। ਮਨੁੱਖੀ ਸਿਰਜਣਾ ਹੁਣ ਸਿਰਜਣਾ ਦੇਖੋ, ਮਨੁੱਖ ਨੇ ਸਿਰਜਿਆ ਹੈ ਇਸ ਨੂੰ ਵੱਖ-ਵੱਖ ਚਿੰਨ੍ਹਾਂ ਦੇ ਰਾਹੀਂ, ਵੱਖ-ਵੱਖ ਧੁਨੀਆਂ ਦਾ ਸਹਾਰਾ ਲੈ ਕੇ। ਤਾਂ ਦੇਖੋ ਆਪਾਂ ਇਤਿਹਾਸ ਤੋਂ, ਪ੍ਰਾਚੀਨ ਸਮੇਂ ਤੋਂ ਆਪਾਂ ਇਹ ਚੀਜ਼ਾਂ ਦੇਖਦੇ ਆ ਰਹੇ ਹਾਂ ਕਿ ਜਿਹੜੀ ਭਾਸ਼ਾ ਹੈਗੀ ਹੈ ਇਹ ਵੱਖ-ਵੱਖ ਸਥਾਨਾਂ ਦੇ ਉੱਤੇ ਵਿਅਕਤੀਆਂ ਨੇ ਵੱਖ-ਵੱਖ ਸਮੂਹਾਂ ਦੇ ਵਿੱਚ ਹੋ ਕੇ ਵੱਖ-ਵੱਖ ਧੁਨੀਆਂ ਤੇ ਵਿਚਾਰਾਂ ਨੂੰ ਮਿਲਾ ਕੇ ਸ਼ਬਦਾਂ ਦੀ ਹੋਂਦ ਬਣੀ ਔਰ ਉਸੇ ਹੋਂਦ ਨੂੰ ਵਾਕਾਂ ਦੇ ਸਹਿਤ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਾਂਗੇ ਦੂਸਰਿਆਂ ਦੇ ਸਾਹਮਣੇ, ਉਹ ਅਸਲ ਦੇ ਵਿੱਚ ਉਹਨਾਂ ਵਿਅਕਤੀਆਂ ਦੀ ਕੀ ਹੈਗੀ ਹੈ, ਭਾਸ਼ਾ ਹੈਗੀ ਹੈ। ਹੁਣ ਇਹ ਭਾਸ਼ਾ ਦੇਖੋ ਮਨੁੱਖੀ ਸਿਰਜਣਾ ਹੈ ਔਰ ਜਾਨਵਰਾਂ ਦੀ ਵੀ ਭਾਸ਼ਾ ਹੁੰਦੀ ਹੈ। ਜਿਹੜੀ ਭਾਸ਼ਾ ਹੈਗੀ ਹੈ ਮਨੁੱਖੀ ਭਾਸ਼ਾ ਜਾਨਵਰਾਂ ਦੀ ਭਾਸ਼ਾ ਤੋਂ ਵੱਖਰੀ ਹੈ। ਇੱਥੇ ਆਪਾਂ ਲਿਖ ਦਿੰਦੇ ਹਾਂ ਜੀ ਮਨੁੱਖੀ ਭਾਸ਼ਾ ਜਾਨਵਰਾਂ ਦੀ ਭਾਸ਼ਾ ਤੋਂ ਵੱਖਰੀ ਹੈ। ਭਾਸ਼ਾ ਤੋਂ ਵੱਖਰੀ ਹੈ। ਦੇਖੋ ਉਹਨਾਂ ਦੀ, ਜਾਨਵਰਾਂ ਦੀ ਆਪਣੀ ਭਾਸ਼ਾ ਤਾਂ ਹੈਗੀ ਆ, ਪਰ ਉਹਨਾਂ ਭਾਸ਼ਾ ਦੇ ਵਿੱਚ ਧੁਨੀਆਂ ਨਹੀਂ ਹਨ ਜਾਂ ਵਿਚਾਰ ਨਹੀਂ ਹੈਗੇ। ਮਤਲਬ ਕੀ ਹੈਗਾ, ਮਨੁੱਖੀ ਭਾਸ਼ਾ ਦੇ ਵਿੱਚ ਧੁਨੀਆਂ ਤੇ ਵਿਚਾਰਾਂ ਦਾ ਪ੍ਰਗਟ ਹੁੰਦਾ ਹੈ ਰੂਪ, ਔਰ ਜਾਨਵਰਾਂ ਦੀ ਜਿਹੜੀ ਭਾਸ਼ਾ ਹੈਗੀ ਹੈ ਉਹ ਦੂਸਰੇ ਵਿਅਕਤੀਆਂ ਦੇ ਸਮਝ ਤੋਂ ਬਾਹਰ ਹੈ, ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ ਹੈਗੇ ਨੇ ਉਹ ਸਿਰਫ ਆਪਣੇ ਤੱਕ ਹੀ ਸੀਮਤ ਹਨ। ਹੁਣ ਆਪਣੇ ਤੱਕ ਵਿਚਾਰ ਸੀਮਤ ਹੋਣਗੇ ਤਾਂ ਉਹਨਾਂ ਦੀ ਆਪਣੀ ਭਾਸ਼ਾ ਦੀ ਸਿਰਜਣਾ ਹੋਊਗੀ। ਤਾਂ ਆਪਾਂ ਤਾਂ ਭਾਸ਼ਾ ਦੀ ਪ੍ਰਕਿਰਤੀ ਗੱਲ ਕਰਦੇ ਹਾਂ, ਪਰੰਪਰਾਗਤ ਤੌਰ ਤੇ ਕੀ ਮਨੁੱਖੀ ਦੇ ਰੂਪ ਦੇ ਵਿੱਚ ਸਿਰਜਣਾ ਕੀਤੀ ਗਈ ਹੈ ਭਾਸ਼ਾ ਦੀ। ਇੱਥੋਂ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਆ, ਮੈਨੂੰ ਇਹ ਲੱਗਦਾ ਕਿ ਭਾਸ਼ਾ ਦੇ ਪ੍ਰਤੀ ਆਪਾਂ ਜਿੰਨਾ ਕੁ ਪੜ੍ਹ ਕੇ ਆਏ ਹੈਗੇ ਆ, ਕਿਸੇ ਵੀ ਵਿਦਿਆਰਥੀ ਨੂੰ ਕੋਈ ਸਮਝਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਹੋਊਗੀ। ਹੁਣ ਜਿਹੜਾ ਅਗਲਾ ਜੋ ਆਪਣੇ ਕੋਲੇ ਮੈਂ ਪੁਆਇੰਟ ਜਿਹੜਾ ਡਿਸਕਸ ਕਰਨ ਜਾ ਰਿਹਾ ਹੈਗਾ, ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ, ਉਹ ਹੈਗੀ ਹੈ ਨਿਰੰਤਰ ਗਤੀਸ਼ੀਲਤਾ। ਭਾਸ਼ਾ ਦੀ ਪ੍ਰਕਿਰਤੀ ਕੀ ਹੈਗੀ ਹੈ ਜੀ, ਨਿਰੰਤਰ ਗਤੀਸ਼ੀਲਤਾ। ਦੇਖੋ ਆਪਣੇ ਕੋਲੇ ਇਹ ਇਸ ਦੇ ਵਿੱਚ ਜਿਹੜੇ ਪ੍ਰਕਿਰਤੀ ਹੈਗੀ ਹੈ, ਕਹਿੰਦੇ ਉਹ ਕਿਸ ਰੂਪ ਦੇ ਵਿੱਚ ਹੈਗੀ ਹੈ ਜੀ, ਨਿਰੰਤਰ ਗਤੀਸ਼ੀਲਤਾ ਦੇ ਵਿੱਚ ਹੈਗੀ ਹੈ। ਭਾਸ਼ਾ ਜਿਹੜੀ ਹੈਗੀ ਹੈ ਕਹਿੰਦੇ ਉਹ ਇੱਕ, ਜਿਵੇਂ ਆਪਾਂ ਅੰਗਰੇਜ਼ੀ ਦਾ ਸ਼ਬਦ ਯੂਜ਼ ਕਰਦੇ ਹੁੰਦੇ ਆ ਕਿ ਲੈਂਗੁਏਜ ਇਜ਼ ਅ ਡਾਇਨਾਮਿਕ ਪ੍ਰੋਸੈਸ, ਮਤਲਬ ਭਾਸ਼ਾ ਜਿਹੜੀ ਹੈਗੀ ਆ ਗਤੀਸ਼ੀਲ ਨਿਰੰਤਰ ਅਵਸਥਾ ਦੇ ਵਿੱਚ ਪਾਈ ਜਾਂਦੀ ਹੈਗੀ ਹੈ। ਜਿਵੇਂ ਮਨੁੱਖ ਦੀ ਹੋਂਦ, ਪਹਿਲਾਂ ਮਨੁੱਖ ਦੀ ਹੋਂਦ ਹੋਈ, ਫਿਰ ਉਸ ਹੋਂਦ ਦੇ ਵਿੱਚ ਸੁਧਾਰ ਹੋਇਆ ਵੱਖ-ਵੱਖ ਸਭਿਅਤਾ ਦੇ ਅਨੁਸਾਰ, ਤਾਂ ਉਸੇ ਤਰ੍ਹਾਂ ਹੀ ਭਾਸ਼ਾ ਵੀ ਕੀ ਹੈਗੀ ਹੈ ਕਹਿੰਦੇ ਨਿਰੰਤਰ ਗਤੀਸ਼ੀਲ ਅਵਸਥਾ ਦੇ ਵਿੱਚ ਪਾਈ ਜਾਂਦੀ ਹੈ। ਕਿ ਭਾਸ਼ਾ ਜਿਹੜੀ ਹੈਗੀ ਕਹਿੰਦੇ ਆਪਾਂ ਕਦੇ ਨਹੀਂ ਦੇਖਿਆ, ਜਿਵੇਂ ਆਪਾਂ ਉਦਾਹਰਨ ਲੈਤੀ ਸੀਗੀ ਨਦੀਆਂ ਦੀ ਗੱਲ ਕੀਤੀ ਸੀਗੀ ਕਿ ਨਦੀਆਂ ਦਾ ਵਹਾਅ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ ਹੈ ਲਗਾਤਾਰ ਅਵਸਥਾ ਦੇ ਵਿੱਚ। ਤਾਂ ਉਸੇ ਤਰ੍ਹਾਂ ਹੀ ਇਹ ਨਿਰੰਤਰ
ਗਤੀਸ਼ੀਲਤਾ ਹੈਗੀ ਆ। ਭਾਸ਼ਾ ਕੀ ਹੈਗੀ ਆ ਕਹਿੰਦੇ ਉਹਦਾ ਜਿਹੜਾ ਰੂਪ ਹੈਗਾ ਔਰ ਉਹ ਨਿਰੰਤਰ ਮਤਲਬ ਲਗਾਤਾਰਤਾ ਦੇ ਵਿੱਚ ਗਤੀਸ਼ੀਲ ਮਤਲਬ ਗਤੀਸ਼ੀਲ ਹੋਣਾ, ਵਹਾਅ ਦੇ ਵਿੱਚ ਹੋਣਾ। ਭਾਸ਼ਾ ਕਦੇ ਵੀ ਉਹਦੇ ਵਿੱਚ ਖੜੋਤ ਅਵਸਥਾ ਨਹੀਂ ਪਾਏਗੀ, ਕਿਉਂਕਿ ਜੇ ਆਪਾਂ ਪ੍ਰਾਚੀਨ ਸਮੇਂ ਤੋਂ ਦੇਖ ਲਈਏ, ਆਦਿ ਕਾਲ ਤੋਂ ਦੇਖ ਕੇ ਪ੍ਰਾਚੀਨ ਸਮੇਂ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਆਪਾਂ ਦੇਖ ਲਈਏ, ਦਿਨੋਂ ਦਿਨ ਮਨੁੱਖੀ ਹੋਂਦ ਦੇ ਵਿੱਚ ਵੀ ਕੀ ਹੈਗਾ ਵਿਚਰਨ ਦੇ ਵਿੱਚ ਕੀ ਹੋ ਰਿਹਾ ਹੈਗਾ ਜੀ, ਵਿਕਾਸ ਹੋ ਰਿਹਾ ਹੈ। ਔਰ ਭਾਸ਼ਾ ਦੇ ਵਿੱਚ ਵੀ ਨਿਰੰਤਰ ਕਿਹੜੀ ਹੈਗੀ ਆ ਗਤੀਸ਼ੀਲਤਾ ਪਾਈ ਜਾ ਰਹੀ ਹੈ, ਉਸ ਦੀ ਸੁਧਾਰ ਦੇ ਰੂਪ ਦੇ ਵਿੱਚ, ਉਸ ਦੀ ਹੋਂਦ ਦੇ ਰੂਪ ਦੇ ਵਿੱਚ। ਤਾਂ ਆਪਾਂ ਇਹਨਾਂ ਗੱਲਾਂ ਨੂੰ ਜਿਹੜਾ ਹੈਗਾ ਆਪਾਂ ਇਹ ਸਮਝਦੇ ਆ, ਇਹ ਕੀ ਹੈਗੀ ਇੱਕ ਭਾਸ਼ਾ ਦੀ ਕੀ ਹੈਗੀ ਆ ਨਿਰੰਤਰਤਾ ਰੂਪ ਦੇ ਵਿੱਚ, ਇੱਕ ਭਾਸ਼ਾ ਦੀ ਪ੍ਰਕਿਰਤੀ ਹੈ, ਇੱਕ ਉਸ ਦਾ ਕੀ ਹੈਗਾ ਸਰੂਪ ਹੈ। ਹੁਣ ਆਪਾਂ ਕਹਿੰਦੇ ਨਿਰੰਤਰ ਗਤੀਸ਼ੀਲ, ਹੁਣ ਨਿਰੰਤਰ ਇਹ ਕੀ ਹੈਗਾ ਪਰਿਵਰਤਨਸ਼ੀਲ ਵੀ ਹੈਗਾ, ਨਿਰੰਤਰ ਪਰਿਵਰਤਨਸ਼ੀਲ ਨਿਰੰਤਰ ਪਰਿਵਰਤਨਸ਼ੀਲ ਹੁਣ ਭਾਸ਼ਾ ਦਾ ਰੂਪ ਕਿਸ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ, ਕਹਿੰਦੇ ਪਰਿਵਰਤਨਸ਼ੀਲ ਰੂਪ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਦੇਖੋ ਇੱਥੇ ਆਪਾਂ ਪਹਿਲਾਂ ਵੀ ਉਦਾਹਰਣ ਦੇ ਚੁੱਕੇ ਹੈਗੇ ਆ ਵੀ ਜੇ ਭਾਸ਼ਾ ਗਤੀਸ਼ੀਲ ਹੈਗੀ ਆ ਤਾਂ ਉਸ ਦੇ ਵਿੱਚ ਪਰਿਵਰਤਨਸ਼ੀਲ ਦਾ ਰੂਪ ਵੀ ਪਾਇਆ ਜਾਊਗਾ। ਤਾਂ ਪਰਿਵਰਤਨ ਹੋਣਾ ਇੱਕ ਸਮਾਜ ਦਾ ਇੱਕ ਸੁਧਾਰਨੀ ਰੂਪ ਹੈ। ਜਦੋਂ ਕਹਿੰਦੇ ਨੇ ਜਿਹੜਾ ਪਰਿਵਰਤਨ ਹੁੰਦਾ ਹੈਗਾ ਉਹ ਕਿਸ ਲਈ ਹੁੰਦਾ ਹੈ, ਸੁਧਾਰਨੀ ਰੂਪ ਦੇ ਵਿੱਚ। ਮਤਲਬ ਜਦੋਂ ਹੋਂਦ ਹੋਈ, ਉਸ ਹੋਂਦ ਤੋਂ ਬਾਅਦ ਵੱਖ-ਵੱਖ ਧੁਨੀਆਂ ਦਾ ਉਤਪੰਨ ਹੋਣਾ, ਵੱਖ-ਵੱਖ ਵਿਚਾਰਾਂ ਦੇ ਸਹਿਤ ਉਸ ਭਾਸ਼ਾ ਦੇ ਰਾਹੀਂ ਸਹਾਇਤਾ ਲੈ ਕੇ ਆਪਣੇ ਵਿਚਾਰਾਂ ਨੂੰ ਦੂਸਰਿਆਂ ਦੇ ਅੱਗੇ ਪ੍ਰਗਟ ਕਰਨਾ ਹੀ ਭਾਸ਼ਾ ਦਾ ਇੱਕ ਕੀ ਹੈ ਰੂਪ ਹੈ। ਉਹ ਭਾਸ਼ਾ ਦੇ ਸਰੂਪ ਨੂੰ ਅਸੀਂ ਜਦੋਂ ਦੇਖਦੇ ਹੈਗੇ ਉਹ ਕਹਿੰਦੇ ਉਹ ਪਰਿਵਰਤਨਸ਼ੀਲ ਵੀ ਹੈ। ਆਦਿ ਸਮੇਂ ਤੋਂ ਲੈ ਕੇ ਪ੍ਰਾਚੀਨ ਸਮੇਂ ਤੋਂ ਲੈ ਕੇ ਅਜੋਕੇ ਆਧੁਨਿਕ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਵੱਖ-ਵੱਖ ਧੁਨੀਆਂ, ਵੱਖ-ਵੱਖ ਮਨੁੱਖਾਂ ਨੇ ਵੱਖ-ਵੱਖ ਰੂਪਾਂ ਦੇ ਵਿੱਚ ਵੱਖ-ਵੱਖ ਸਥਾਨਾਂ ਦੇ ਉੱਤੇ ਆਪਣੇ ਤਰੀਕੇ ਦੇ ਨਾਲ ਉਸ ਨੂੰ ਢੰਗ ਦੇ ਨਾਲ ਉਸ ਨੂੰ ਵਰਤਣਾ ਸ਼ੁਰੂ ਕੀਤਾ। ਔਰ ਜਿਵੇਂ-ਜਿਵੇਂ ਉਸ ਨੂੰ ਵਰਤਦੇ ਆ ਰਹੇ ਨੇ, ਜਿਵੇਂ-ਜਿਵੇਂ ਉਸ ਨੂੰ ਗਤੀਸ਼ੀਲ ਅਵਸਥਾ ਦੇ ਵਿੱਚ ਲੈ ਕੇ ਆ ਰਹੇ ਨੇ, ਉਹ ਗਤੀਸ਼ੀਲ ਅਵਸਥਾ ਦੇ ਨਾਲ ਆਪਣੀ ਹੋਂਦ ਦੇ ਵਿੱਚ ਸੁਧਾਰ ਕਰ ਰਹੇ ਨੇ, ਆਪਣੀ ਸ਼ਬਦਾਵਲੀ ਦੇ ਵਿੱਚ ਆਪਣੀ ਵੱਖ-ਵੱਖ ਧੁਨੀਆਂ ਦੇ ਸੁਧਾਰ ਕਰ ਰਹੇ ਨੇ। ਉਹ ਕੀ ਹੈਗਾ ਇੱਕ ਨਿਰੰਤਰ ਪਰਿਵਰਤਨਸ਼ੀਲ ਹੈ। ਔਰ ਉਸ ਤੋਂ ਬਾਅਦ ਜਿਹੜੀ ਸਾਡੇ ਕੋਲ ਜਾਣਕਾਰੀ ਆਉਂਦੀ ਹੈਗੀ ਆ ਉਹ ਕਹਿੰਦੇ ਨੇ ਭਾਸ਼ਾ ਤੇ ਵਿਚਾਰਾਂ ਦਾ ਕਹਿੰਦੇ ਅਟੁੱਟ ਸੰਬੰਧ ਹੈ। ਭਾਸ਼ਾ ਤੇ ਵਿਚਾਰਾਂ ਦਾ ਅਟੁੱਟ ਸੰਬੰਧ ਹੈ। ਭਾਸ਼ਾ ਤੇ ਵਿਚਾਰਾਂ ਦਾ ਅਟੁੱਟ ਸੰਬੰਧ ਹੈ। ਲਿਖੋ ਜੀ ਇਸ ਨੂੰ ਤੁਸੀਂ। ਭਾਸ਼ਾ ਤੇ ਵਿਚਾਰਾਂ ਦਾ ਅਟੁੱਟ ਸੰਬੰਧ ਭਾਸ਼ਾ ਤੇ ਵਿਚਾਰਾਂ ਦਾ ਅਟੁੱਟ ਸੰਬੰਧ ਹੁਣ ਭਾਸ਼ਾ ਤੇ ਵਿਚਾਰ ਦੇਖੋ ਦੋ ਵੱਖ-ਵੱਖ ਇਹਦੇ ਵਿੱਚ ਸਾਨੂੰ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ, ਸ਼ਬਦ ਵੇਖਣ ਨੂੰ ਮਿਲ ਰਹੇ ਹੈਗੇ ਨੇ। ਭਾਸ਼ਾ ਤੇ ਵਿਚਾਰ, ਜਿਹੜਾ ਮਨੁੱਖ ਹੈਗਾ ਉਹ ਵਿਚਾਰਾਂ ਦੇ ਤਹਿਤ ਹੀ ਭਾਸ਼ਾ ਦੀ ਸਿਰਜਣਾ ਕਰਦਾ ਹੈ। ਜੇਕਰ ਵਿਚਾਰ ਹੋਣਗੇ ਤਾਂ ਉੱਥੇ ਭਾਸ਼ਾ ਜਿਹੜੀ ਹੈਗੀ ਆ ਉਸ ਦੇ ਅਰਥ ਜਿਹੜੇ ਹੈਗੇ ਨੇ ਉਹ ਸਾਨੂੰ ਵੇਖਣ ਨੂੰ ਮਿਲ ਸਕਦੇ ਹਨ, ਸਾਨੂੰ ਸਮਝਣ ਦੇ ਵਿੱਚ ਸਹਾਇਤਾ ਕਰਦੇ ਹਨ। ਤੇ ਵਿਚਾਰਾਂ ਤੋਂ ਕੀ ਹੁੰਦਾ ਹੈ, ਕਹਿੰਦੇ ਵਿਚਾਰਾਂ ਤੋਂ ਧੁਨੀ ਉਤਪੰਨ ਹੁੰਦੀ ਹੈ। ਆਪਾਂ ਇੱਥੇ ਲਿਖ ਵੀ ਲੈਂਦੇ ਹਾਂ ਜੀ,
ਵਿਚਾਰਾਂ ਤੋਂ ਧੁਨੀ ਉਤਪੰਨ ਹੁੰਦੀ ਹੈ। देखो इस चीज को ध्यान दे विच रखना है तुसी जदों असीं भाषा की गल करते हैं उत्थे विचारां दा उहदे नाल गूढ़ा संबंध अटुट तो भाव की है गूढ़ा संबंध पाया जाता है। तो हुण गूढ़ा संबंध है कहते विचारां दा भाषा दे नाल। देखो जिहड़े विचार हैगे ने वो की करदे ने कहते धुनी उत्पन्न हुंदी है। और आपां इस तो पहला जिहड़े आपां समझ के आए हैगे आ साडे कोले जो सानू पॉइंट दित्ते गए सीगे 100 पॉइंट तो ਉਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਵੀ ਕਿਤੇ ਨਾ ਕਿਤੇ ਜਿਹੜੇ ਵਿਚਾਰ ਹੈਗੇ ਨੇ ਉਹ ਧੁਨੀਆਂ ਦੇ ਰਾਹੀਂ ਹੀ ਵੱਖ-ਵੱਖ ਸ਼ਬਦਾਂ ਦੇ ਕੀ ਹੁੰਦੀ ਹੈ ਸਿਰਜਣਾ ਹੁੰਦੀ ਹੈ। ਔਰ ਉਹਨਾਂ ਸ਼ਬਦਾਂ ਨੂੰ ਵਾਕਾਂ ਦੇ ਵਿੱਚ ਲਿਆ ਕੇ ਇੱਕ ਦੂਸਰੇ ਦੇ ਅੱਗੇ ਜਦੋਂ ਅਸੀਂ ਪ੍ਰਗਟ ਕਰਦੇ ਹੈਗੇ ਆ ਤਾਂ ਉਹ ਸਾਡੇ ਆਪਣੇ ਵਿਚਾਰ ਜਿਹੜੇ ਹੈਗੇ ਨੇ ਇੱਕ ਭਾਸ਼ਾ ਦੇ ਤਹਿਤ ਇੱਕ ਧੁਨੀਆਂ ਦੀ ਸਹਾਇਤਾ ਦੇ ਨਾਲ ਅਸੀਂ ਕਿਸੇ ਦੇ ਸਾਹਮਣੇ ਪ੍ਰਗਟ ਕਰ ਸਕਦੇ ਹਾਂ ਔਰ ਅਸੀਂ ਉਸ ਨੂੰ ਗ੍ਰਹਿਣ ਵੀ ਕਰਦੇ ਹੈਗੇ ਆ। ਇਹ ਕੀ ਹੈ ਇੱਕ ਭਾਸ਼ਾ ਦੀ ਪ੍ਰਕਿਰਤੀ ਹੈ। ਜਿਵੇਂ ਆਪਾਂ ਕਹਿੰਦਾ ਸੀਗਾ ਭਾਸ਼ਾ ਨਿਰੰਤਰ परिवर्तनशील है निरंतर गतिशील है ਇਹ परंपरागत अवस्था ਦੇ ਵਿੱਚ ਪਾਈ ਜਾਂਦੀ ਹੈ ਔਰ ਇਹ ਕਮਾਇਆ ਹੋਇਆ ਧਨ ਹੈ। ਇਹ ਕੀ ਹੈ ਇੱਕ ਭਾਸ਼ਾ ਦਾ ਸਰੂਪ ਹੈ। ਉਸੇ ਤਰ੍ਹਾਂ ਹੀ ਭਾਸ਼ਾ ਦਾ ਸਰੂਪ ਕੀ ਹੈਗਾ ਕਹਿੰਦੇ ਵਿਚਾਰਾਂ ਦਾ ਅਟੁੱਟ ਸੰਬੰਧ ਹੈ। ਭਾਸ਼ਾ ਤੇ ਵਿਚਾਰ ਆਪਸ ਦੇ ਵਿੱਚ ਗੂੜੇ ਸੰਬੰਧ ਇਹਨਾਂ ਦੇ ਵਿੱਚ ਮਿਲਦੇ ਹਨ। ਉਹ ਆਪਾਂ ਦੇਖ ਲਿਆ ਕੀ ਹੈਗਾ ਤਾਂ ਕਹਿੰਦੇ ਜਿਹੜੇ ਵਿਚਾਰ ਹੈਗੇ ਨੇ ਸਾਡੇ ਕੋਲੇ ਉਹ ਧੁਨੀ ਉਤਪੰਨ ਹੁੰਦੀ ਹੈ ਉਹਨਾਂ ਦੇ ਨਾਲ। ਤਾਂ ਧੁਨੀ ਉਤਪੰਨ ਹੋਊਗੀ ਤਾਂ ਜਿਹੜੇ ਸ਼ਬਦ ਹੈਗੇ ਨੇ ਉਹ ਹੋਂਦ ਲੈ ਕੇ ਆਉਣਗੇ ਔਰ ਉਹਨਾਂ ਸ਼ਬਦਾਂ ਨੂੰ ਸੁਮੇਲ ਕਰਕੇ ਵਾਕਾਂ ਦੇ ਤਹਿਤ ਅਸੀਂ ਉਸ ਨੂੰ ਆਪਣੀ ਇੱਛਾ ਜਾਂ ਆਪਣੇ ਲੋੜਾਂ ਪੂਰੀਆਂ ਕਰਨ ਦੇ ਲਈ ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਾਂਗੇ ਤਾਂ ਉਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਇਸ ਨੂੰ ਪ੍ਰਗਟ ਕਰਕੇ ਅਸੀਂ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ। ਤਾਂ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਅਗਲਾ ਜੋ ਸਾਡੇ ਕੋਲ ਸਬ ਪੁਆਇੰਟ ਹੈਗਾ ਉਹ ਹੈਗਾ ਜੀ ਅਨੇਕ ਰੂਪਤਾ ਤੇ ਵਿਭਿੰਨਤਾ। ਅਨੇਕ ਰੂਪਤਾ ਤੇ ਵਿਭਿੰਨਤਾ ਅਨੇਕ ਰੂਪਤਾ ਅਤੇ ਵਿਭਿੰਨਤਾ ਅਤੇ ਵਿਭਿੰਨਤਾ। ਹੁਣ ਦੇਖੋ ਇਹਦੇ ਵਿੱਚ ਭਾਸ਼ਾ ਦੀ ਜਿਹੜੀ ਸਾਡੇ ਕੋਲ ਸਰੂਪ ਹੈਗਾ ਉਹ ਕਹਿੰਦੇ ਜੀ ਇਸ ਦੇ ਅਨੇਕਾਂ ਰੂਪ ਹਨ ਅਤੇ ਵਿਭਿੰਨਤਾ ਪਾਈ ਜਾਂਦੀ ਹੈ ਵੱਖ-ਵੱਖ ਰੂਪਾਂ ਦੇ ਵਿੱਚ। ਤਾਂ ਹੁਣ ਜੇਕਰ ਆਪਾਂ ਦੇਖੀਏ ਵੀ ਇਹਨਾਂ ਦੀ ਜਿਹੜੀ ਹੈਗੀ ਹੈ ਹੁਣ ਆਪਾਂ ਭਾਸ਼ਾ ਜਿਹੜੀ ਹੈਗੀ ਹੈ ਕਹਿੰਦੇ ਉਹ ਕੀ ਹੈਗੀ ਆ ਕਹਿੰਦੇ ਉਹਨਾਂ ਦੇ ਜਿਹੜੀ ਵਿਭਿੰਨਤਾ ਹੈਗੀ ਆ ਉਹ ਰੂਪਾਂ ਦੇ ਤੌਰ ਤੋਂ ਵੱਖਰੀ ਹੈ। ਉਹ ਕਿਵੇਂ ਵੱਖਰੀ ਹੈ ਕਹਿੰਦੇ ਭਾਸ਼ਾ ਜਿਹੜੀ ਹੈਗੀ ਹੈ ਨੂੰ ਮਨੁੱਖ ਕਿਸੇ ਦੂਜੇ ਤੋਂ ਸਿੱਖਦਾ ਹੈ। ਭਾਸ਼ਾ ਜਿਹੜੀ ਹੈਗੀ ਕਹਿੰਦੇ ਮਨੁੱਖ ਇੱਕ ਦੂਜੇ ਤੋਂ ਸਿੱਖਦਾ ਹੈ। ਇੱਥੇ ਆਪਾਂ ਲਿਖ ਵੀ ਲੈਂਦੇ ਜੀ ਜਿਹੜੀ ਭਾਸ਼ਾ ਹੈਗੀ ਹੈ ਭਾਸ਼ਾ ਮਨੁੱਖ ਇੱਕ ਦੂਜੇ ਤੋਂ ਸਿੱਖਦਾ ਹੈ। ਇੱਕ ਦੂਜੇ ਤੋਂ ਸਿੱਖਦਾ ਹੈ। ਹੁਣ ਜਿਹੜੀ ਦੇਖੋ ਭਾਸ਼ਾ ਮਨੁੱਖ ਇੱਕ ਦੂਜੇ ਤੋਂ ਸਿੱਖਦਾ ਹੈ। ਹੁਣ ਦੇਖੋ ਜੇ ਆਪਾਂ ਦੇਖੀਏ ਕਿ ਸਮਾਜ ਦੇ ਵਿੱਚ ਵਿਅਕਤੀਗਤ ਜਿਹੜੀ ਹੋਂਦ ਹੈਗੀ ਹੈ ਉਹ ਆਪਣੀਆਂ ਲੋੜਾਂ ਇੱਕ ਭਾਸ਼ਾ ਦੇ ਤਹਿਤ ਪੂਰਾ ਕਰਦਾ ਹੈ। ਹੁਣ ਉਹ ਲੋੜਾਂ ਭਾਸ਼ਾ ਦੇ ਤਹਿਤ ਪੂਰੀਆਂ ਹੁੰਦੀਆਂ ਹਨ। ਹੁਣ ਦੇਖੀਏ ਵੀ ਇੱਕ ਸਥਾਨ ਤੋਂ ਵਿਅਕਤੀ ਦੂਸਰੇ ਸਥਾਨ ਤੇ ਜਾਂਦਾ ਹੈ ਤਾਂ ਕੀ ਉਸ ਦੀਆਂ ਲੋੜਾਂ ਜਿਹੜੀਆਂ ਹੈਗੀਆਂ ਨੇ ਉਹ ਕਿਵੇਂ ਪੂਰੀਆਂ ਹੁੰਦੀਆਂ ਜਦੋਂ ਉਹ ਅਗਲੇ ਦੇ ਅੱਗੇ ਆਪਣੀ ਇੱਛਾਵਾਂ ਪ੍ਰਗਟ ਕਰਦਾ ਹੈ ਤਾਂ ਉਸ ਇੱਛਾਵਾਂ ਨੂੰ ਜਦੋਂ ਉਹ ਪ੍ਰਗਟ ਕੀਤੇ ਹੋਏ ਵੱਖ-ਵੱਖ ਧੁਨੀਆਂ ਜਾਂ ਵਿਚਾਰਾਂ ਦੇ ਰਾਹੀਂ ਜੋ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਦੂਸਰੇ ਵਿਅਕਤੀ ਤੱਕ ਉਹ ਉਸ ਨੂੰ ਗ੍ਰਹਿਣ ਕਰਦਾ ਹੈ। ਫਿਰ ਉਸ ਦੀਆਂ ਜੋ ਲੋੜਾਂ ਹੁੰਦੀਆਂ ਨੇ ਉਸ ਨੂੰ ਉਸ ਭਾਸ਼ਾ ਦੇ ਤਹਿਤ ਉਸ ਨੂੰ ਪੂਰਾ ਕੀਤਾ ਜਾਂਦਾ ਹੈ। ਤਾਂ ਉਹਦੇ ਵੱਖ-ਵੱਖ ਰੂਪ ਵੀ ਹੈਗੇ ਨੇ ਤੇ ਵਿਭਿੰਨਤਾ ਪਾਈ ਜਾਊਗੀ। ਇੱਕ ਵਿਅਕਤੀ ਜਾਂ ਆਪਸ ਦੇ ਵਿੱਚ ਦੋ ਵਿਅਕਤੀ
ਜਾਂ ਸਮਾਜ ਦੇ ਵਿੱਚ ਰਹਿਣ ਵਾਲੇ ਜੋ ਵਿਅਕਤੀ ਹੁੰਦੇ ਹਨ ਉਹਨਾਂ ਦੇ ਵੱਖ-ਵੱਖ ਰੂਪ ਹੁੰਦੇ ਹਨ ਤੇ ਵੱਖ-ਵੱਖ ਰੂਪਾਂ ਦੇ ਹੋਣ ਦੇ ਨਾਲ ਭਾਸ਼ਾ ਦੇ ਵਿੱਚ ਵੀ ਕੀ ਪਾਈ ਜਾਊਗੀ, ਵਿਭਿੰਨਤਾ ਪਾਈ ਜਾਊਗੀ, ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਭਿਅਤਾ ਹੈ ਉਹ ਵੱਖ-ਵੱਖ ਰੂਪ ਦੇ ਵਿੱਚ ਉਹਨਾਂ ਨੂੰ ਹੋਂਦ ਜਦੋਂ ਉਹਨਾਂ ਦੇ ਮਨੁੱਖ ਦੀ ਹੋਂਦ ਹੋਈ ਉਸ ਸਮਾਜ ਦੇ ਵਿੱਚ ਹੋਈ ਤਾਂ ਉਸ ਸਮਾਜ ਦੇ ਵਿੱਚ ਜੋ ਭਾਸ਼ਾ ਦਾ ਇੱਕ ਧੁਨੀਆਂ ਜਾਂ ਵਿਚਾਰ ਵਾਲੇ ਸਾਹਿਤ ਜੋ ਪ੍ਰਗਟ ਹੁੰਦਾ ਸੀ ਉੱਥੋਂ ਉਹਨਾਂ ਨੇ ਸਮਝਿਆ ਔਰ ਸਮਝ ਕੇ ਸੁਣ ਕੇ ਉਸ ਨੂੰ ਲਿਖਣਾ ਸਿੱਖਿਆ। ਉਹ ਕੀ ਹੈਗੀ, ਉਸ ਦੀ ਕੀ ਹੈਗੀ, ਇੱਕ ਸਰੂਪ ਹੈ, ਭਾਸ਼ਾ ਦੀ ਪ੍ਰਕਿਰਤੀ ਹੈ। ਕਿਸ ਰੂਪ ਦੇ ਵਿੱਚ ਜੀ, ਅਨੇਕਾਂ ਰੂਪਾਂ ਅਤੇ ਵਿਭਿੰਨਤਾ ਦੇ ਵਿੱਚ। ਤਾਂ ਇਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਨੈਕਸਟ ਸਬ ਪੁਆਇੰਟ ਹੈਗਾ, ਅਗਲਾ ਜਿਹੜਾ ਸਾਡੇ ਕੋਲ ਸਬ ਪੁਆਇੰਟ ਹੈਗਾ ਜੀ ਉਹ ਹੈਗਾ ਜੀ ਭਾਸ਼ਾ ਦੀ ਕੋਈ ਅੰਤਿਮ ਰੂਪ ਨਹੀਂ। ਭਾਸ਼ਾ ਦਾ ਕੋਈ अंतिम रूप नहीं, कोई अंतिम रूप नहीं। लो जी ये साडे कोले जिहड़ी अगली विचारधारा हैगी है स्वरूप दी, भाषा दी, प्रकृति दी, वो कहते ओदा कोई अंतिम रूप नहीं है। मतलब जे आपां हुण तक देखिए एक आद मनुख दे समय तो लेके हुण तक आधुनिक समय तक, अजोके समय तक जेकर देखिए कि भाषा निरंतर गतिशील, परिवर्तनशील, परिपक्व तौर ते सानू दी होंद मिली है। वख-वख धुनियां ते वख-वख विचारां दे, वख-वख शब्दां दे सुमेलां दे राहीं, वख-वख समाज दे व्यक्ति दे वख-वख रूपां दे राहीं। तो उत्थे असीं देखदे हां कि भाषा दा कोई अंतिम रूप नहीं। किते ना किते संस्कृत ने, किते ना किते सानू बहुत सारियां होर भाषावां ने जिन्हां दे सुमेल दे राहीं इक्को ही भाषा दे विच उसदे अर्थ जिहड़े हैगे ने समझे जांदे ने। समाज दे विच व्यक्तियों द्वारा प्रगट कीती गईयां अपनी इच्छावां और लोड़ां दे अनुसार भाषा दे विचारां दे तहत उन्हां वख-वख धुनियां जां विचारां दे तहत जो शब्द होंद विच आए फिर वाकां दे तहत दूसरे दे सामने रखे जाते हैगे ने, ਉਹ ਇੱਕ ਵਾਰ ਨਹੀਂ ਰੱਖੇ ਜਾਂਦੇ। ਉਸ ਨੂੰ ਅਗਰ ਜੇਕਰ ਉਸ ਦੀ ਵੱਖ-ਵੱਖ ਸਥਾਨਾਂ ਤੇ ਜਾ ਕੇ ਵੱਖ-ਵੱਖ ਤਰੀਕੇ ਦੀਆਂ ਲੋੜਾਂ ਹੋਣਗੀਆਂ ਤਾਂ ਉਹ ਭਾਸ਼ਾ ਦਾ ਜ਼ਰੂਰ ਇਸਤੇਮਾਲ ਕਰੂਗਾ। ਤਾਂ ਉਹਦੇ ਵਿੱਚ ਧੁਨੀਆਂ ਵੀ ਹੋਣਗੀਆਂ, ਉਸ ਦੇ ਵਿੱਚ ਉਹਦੇ ਵਿਚਾਰ ਵੀ ਹੋਣਗੇ, ਪਰ ਉਹ ਉਸ ਦਾ ਅੰਤਿਮ ਰੂਪ ਨਹੀਂ ਹੋਊਗਾ। ਔਰ ਜਿਵੇਂ ਆਪਾਂ ਕਹਿ ਸੀਗਾ ਵੀ ਨਦੀਆਂ ਦੀ ਉਦਾਹਰਨ ਦੀ ਗੱਲ ਕੀਤੀ ਸੀਗੀ, ਨਦੀਆਂ ਜਿਹੜੀਆਂ ਹੈਗੀਆਂ ਨੇ ਪਹਾੜਾਂ ਦੇ ਰਾਹੀਂ ਜੋ ਝਰਨੇ ਚੱਲਦੇ ਹੈਗੇ ਨੇ ਔਰ ਉਹ ਪਾਣੀ ਝਰਨਿਆਂ ਦੇ ਰਾਹੀਂ ਇੱਕ ਜਗ੍ਹਾ ਦੇ ਉੱਤੇ ਆ ਕੇ ਨਦੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਔਰ ਉਸ ਤੋਂ ਬਾਅਦ ਜਦੋਂ ਬਹੁਤ ਸਾਰੀਆਂ ਨਦੀਆਂ ਇਕੱਠੀਆਂ ਹੋ ਕੇ ਇੱਕ ਸਥਾਨ ਦੇ ਉੱਤੇ ਸੁਮੇਲ ਹੁੰਦਾ ਹੈ ਤਾਂ ਉਹ ਇੱਕ ਮਹਾ ਨਦੀ ਦਾ ਰੂਪ ਧਾਰਨ ਕਰ ਲੈਂਦੀ ਹੈ। ਤਾਂ ਭਾਸ਼ਾ ਵੀ ਇਸ ਤਰੀਕੇ ਦੀ ਹੈ ਕਿ ਭਾਸ਼ਾ ਦੇ ਵਿੱਚ ਆਪਾਂ ਦੇਖਦੇ ਹਾਂ ਉਸ ਦਾ ਕੋਈ ਆਪਣਾ ਕਹਿ ਸਕਦੇ ਹਾਂ ਕਿ ਉਹਦਾ ਅੰਤਿਮ ਰੂਪ ਨਹੀਂ ਹੈ। ਦਿਨੋਂ ਦਿਨ ਜਿਵੇਂ ਜਿਵੇਂ ਆਪਾਂ ਕਹਿੰਦੇ ਨੇ ਕਿ ਮਨੁੱਖ ਦੀ ਹੋਂਦ ਦੇ ਵਿੱਚ ਜਾਂ ਮਨੁੱਖ ਦੀ ਸਿਰਜਣਾ ਦੇ ਵਿੱਚ ਤਬਦੀਲੀਆਂ ਆ ਰਹੀਆਂ ਹਨ, ਪਰਿਵਰਤਨ ਹੋ ਰਿਹਾ ਹੈ, ਪਰ ਇੱਕ ਸੁਧਾਰ ਵੀ ਹੋ ਰਿਹਾ ਹੈ। ਔਰ ਸੁਧਾਰ ਹੋਣਾ ਕੀ ਹੈ, ਇੱਕ ਵਿਕਾਸ ਦਾ ਰੂਪ ਹੈ। ਸੋ ਭਾਸ਼ਾ ਦਾ ਅਸੀਂ ਕਹਿ ਸਕਦੇ ਹਾਂ ਜੀ ਇਹ ਕੋਈ ਉਸ ਦਾ ਅੰਤਿਮ ਰੂਪ ਨਹੀਂ ਹੈ। ਤਾਂ ਆਪਾਂ ਇਹਨਾਂ ਦਾ ਭਾਸ਼ਾ ਦੀ ਜਿਹੜੀ ਪ੍ਰਕਿਰਤੀ ਹੈਗੀ ਹੈ, ਵੱਖ-ਵੱਖ ਆਪਾਂ ਵਿਚਾਰਾਂ ਦੇ ਤਹਿਤ ਭਾਸ਼ਾ ਬਾਰੇ ਪੜ੍ਹਿਆ। ਤਾਂ ਭਾਸ਼ਾ ਦੇਖੋ ਇੱਕ ਮਨੁੱਖ ਜਾਂ ਇੱਕ ਸਮਾਜਿਕ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਕਿਉਂ ਰੱਖਦੀ ਹੈ? ਇਹ ਆਪਾਂ ਇਸ ਦੇ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਰਾਹੀਂ ਜਾਂ ਉਸ ਦੀ ਪ੍ਰਕਿਰਤੀ ਦੇ ਸਰੂਪਾਂ ਦੇ ਰਾਹੀਂ ਆਪਾਂ ਵੱਖ-ਵੱਖ ਵਿਚਾਰਾਂ ਦੇ ਤਹਿਤ ਉਸ ਨੂੰ ਆਪਾਂ ਉਹਦਾ ਜਿਹੜਾ ਗਿਆਨ ਹੈਗਾ ਪ੍ਰਤੱਖ ਰੂਪ ਦੇ ਵਿੱਚ ਆਪਾਂ ਲੈ ਰਹੇ ਹਾਂ। ਤਾਂ ਪ੍ਰਤੱਖ ਰੂਪ ਦੇ ਵਿੱਚ ਲਿਆ ਹੋਇਆ ਗਿਆਨ ਹੀ ਅਸਲ ਦੇ ਵਿੱਚ ਕੀ ਹੈ, ਇੱਕ ਸਿੱਖਣਾ ਹੈ। ਤਾਂ ਉਹ ਸਿੱਖਣਾ ਕਿਸ ਰੂਪ ਦੇ ਵਿੱਚ ਹੈਗਾ, ਉਹਦੇ ਰਾਹੀਂ ਇੱਕ ਭਾਸ਼ਾ ਦਾ ਬਹੁਤ ਵੱਡਾ ਰੋਲ ਹੈ। ਤਾਂ ਭਾਸ਼ਾ ਦੇ ਵਿੱਚ ਕੀ ਹੈਗਾ, ਵੱਖ-ਵੱਖ ਤਰੀਕੇ ਦੇ ਨਾਲ ਧੁਨੀਆਂ ਦਾ ਔਰ ਵਿਚਾਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਇਹਨਾਂ ਦਾ ਆਪਸ ਦੇ ਵਿੱਚ ਭਾਸ਼ਾ ਦੇ ਨਾਲ ਕੀ ਹੈਗਾ, ਗੂੜਾ ਸੰਬੰਧ ਹੈ। ਜਿਹਨੂੰ ਅਸੀਂ ਅਟੁੱਟ ਭਾਸ਼ਾ, ਅਟੁੱਟ ਸ਼ਬਦ ਦੀ ਵਰਤੋਂ ਕੀਤੀ ਸੀ, ਉਹ ਕੀ ਹੈਗਾ, ਗੂੜਾ ਸੰਬੰਧ। ਗੂੜਾ ਉਹ ਤੋਂ ਅਰਥ ਲਿਆ ਜਾਂਦਾ ਹੈ, ਮਤਲਬ ਡੂੰਘਾ ਸੰਬੰਧ ਹੈ। ਔਰ ਉਸ ਤੋਂ ਬਾਅਦ ਜਿਹੜੀ ਹੈਗੀ ਹੈ, ਕਹਿੰਦੇ ਭਾਸ਼ਾ ਕੀ ਹੈਗੀ ਹੈ, ਦੋ ਪੱਖੀ ਕਿਰਿਆ ਹੈ। ਭਾਸ਼ਾ ਕੀ ਹੈਗੀ ਹੈ, ਦੋ ਪੱਖੀ ਕਿਰਿਆ।
ਭਾਸ਼ਾ ਦੋ ਪੱਖੀ ਕਿਰਿਆ ਹੈ। ਹੁਣ ਆਪਣੇ ਕੋਲੇ ਇਹ ਵੀ ਸਰੂਪ ਸਾਹਮਣੇ ਆਉਂਦਾ ਹੈ ਕਿ ਭਾਸ਼ਾ ਦੋ ਪੱਖੀ ਕਿਰਿਆ, ਕਿੰਨਾ ਦੋ ਪੱਖੀ ਕਿਰਿਆ ਦੇ ਵਿੱਚ ਸਾਡੇ ਕੋਲੇ ਸ਼ਾਮਲ ਹੈਗੀ ਹੈ ਜੀ ਭਾਸ਼ਾ। ਸਾਡੇ ਕੋਲੇ ਵਿਆਕਰਨ ਤੇ ਸ਼ਬਦਾਵਲੀ, ਵਿਆਕਰਨ ਤੇ ਸ਼ਬਦਾਵਲੀ। ਵਿਆਕਰਨ ਅਤੇ ਸ਼ਬਦਾਵਲੀ, ਸ਼ਬਦਾਵਲੀ ਸ਼ਬਦਾਵਲੀ ਇਹ ਸਾਡੇ ਕੋਲੇ ਦੋ ਪੱਖ ਮਿਲਦੇ ਨੇ ਭਾਸ਼ਾ ਦੇ, ਵਿਆਕਰਨ ਔਰ ਸ਼ਬਦਾਵਲੀ। ਹੁਣ ਵਿਆਕਰਨ ਦੇ ਵਿੱਚ ਕੀ ਹੋਣਗੀਆਂ, ਵੱਖ-ਵੱਖ ਧੁਨੀਆਂ ਹੋਣਗੀਆਂ ਜਿਹੜੀਆਂ ਕਿ ਇੱਕ ਸ਼ਬਦਾਂ ਦੀ ਹੋਂਦ ਜਿਹੜੀ ਹੈਗੀ ਆ ਹੋਂਦਾਂ ਦੇ ਵਿੱਚ ਲੈ ਕੇ ਆਉਂਦੀ ਹੈ, ਔਰ ਉਹ ਅਸਲ ਧੁਨੀਆਂ ਕੀ ਹੈ, ਜਿਵੇਂ ਆਪਾਂ ਕਹਿੰਦੇ ਨੇ ਸਿਹਾਰੀ, ਵਿਹਾਰੀ, ਟਿੱਪੀ, ਬਿੰਦੀ, ਅਦਕ, ਪੈਰ ਚਰਾਰਾ, ਪੈਰ ਦੇ ਵਿੱਚ ਹਾਹਾ, ਜੋ ਅਸਲ ਭਾਸ਼ਾ ਦੇ ਸ਼ਬਦਾਂ ਦਾ ਜੋ ਅਰਥ ਪ੍ਰਗਟ ਕਰ ਸਕੇ। ਉੱਥੇ ਆਪਾਂ ਕਹਿ ਸਕਦੇ ਹਾਂ ਕਿ ਭਾਸ਼ਾ ਦੀ ਜਿਹੜੀ ਪ੍ਰਕਿਰਤੀ ਹੈਗੀ ਆ ਉਹ ਸਾਨੂੰ ਦੋ ਪੱਖੀ ਕਿਰਿਆ ਦੇ ਵਿੱਚ ਮਿਲਦੀ ਹੈਗੀ ਹੈ, ਵਿਆਕਰਨ ਅਤੇ ਸ਼ਬਦਾਵਲੀ। ਵਿਆਕਰਨ ਹੋਊਗੀ ਤਾਂ ਭਾਸ਼ਾ ਨੂੰ ਸ਼ਬਦਾਵਲੀ ਦੇ ਰੂਪ ਦੇ ਵਿੱਚ ਅਸੀਂ ਪਰਿਵਰਤਨ ਹੁੰਦਾ ਸੀ ਵੇਖ ਸਕਦੇ ਹਾਂ, ਔਰ ਉਹਦੇ ਸਹੀ ਜੋ ਅਰਥ ਹੈਗੇ ਨੇ ਉਹ ਸਾਨੂੰ ਇੱਕ ਮਨੁੱਖ ਦੇ ਰਾਹੀਂ ਜੋ ਸਾਡੀਆਂ ਇੱਛਾਵਾਂ ਹਨ ਜਾਂ ਲੋੜਾਂ ਹਨ, ਜਦੋਂ ਅਸੀਂ ਸਾਹਮਣੇ ਪ੍ਰਗਟ ਕਰਾਂਗੇ ਉਹ ਸਾਨੂੰ ਸੁਣਨ ਨੂੰ, ਦੇਖਣ ਨੂੰ ਔਰ ਸਮਝਣ ਨੂੰ ਵੀ ਸਹੀ ਲੱਗੂਗਾ ਸਮਾਜ ਦੇ ਵਿੱਚ ਵਿਚਰਨ ਦੇ ਲਈ। ਤਾਂ ਇਹ ਭਾਸ਼ਾ ਦਾ ਇੱਕ ਪ੍ਰਕਿਰਤੀ ਦਾ ਜਾਂ ਇੱਕ ਸਰੂਪ ਜਿਹੜਾ ਹੈਗਾ ਸਾਨੂੰ ਵੱਖ-ਵੱਖ ਵਿਚਾਰਾਂ ਦੇ ਤਹਿਤ ਅਸੀਂ ਅੱਜ ਸਾਂਝਾ ਕੀਤਾ ਹੈਗਾ। ਅਗਲੇ ਜੋ ਇੱਕ ਪ੍ਰਕਿਰਤੀ ਜਾਂ ਭਾਸ਼ਾ ਦੇ ਜਿਹੜੇ ਸਰੂਪ ਹੋਣਗੇ ਵੱਖ-ਵੱਖ ਰੂਪਾਂ ਦੇ ਰਾਹੀਂ, ਤਾਂ ਅਸੀਂ ਉਹਨਾਂ ਨੂੰ ਸਾਂਝਾ ਕਰਾਂਗੇ।